हाँ जी, साडे नाल जुड़े ने वार्ड के इलाका निवासी ਜਿਹੜੇ वार्ड नंबर 42 ਦੇ ਉਹਨਾਂ ਨੂੰ ਪੁੱਛਦੇ ਹਾਂ। हाँ जी सर, ਕਿਹੜਾ ਇਲਾਕਾ ਕਿਹੜੀ ਗਲੀ ਪੈਂਦੀ ਆ ਤੇ ਕੀ ਨਾਂ ਤੁਹਾਡਾ? ਕੀ ਗੁਰਮੀਤ ਸਿੰਘ ਮੇਰਾ ਨਾਮ, 5 ਨੰਬਰ ਗਲੀ ਜਸਪਾਲ ਨਗਰ। ਅੱਛਾ ਸਰ, ਇਹ ਇਲਾਕੇ ਦੀਆਂ ਕਿਹੜੀਆਂ ਸਮੱਸਿਆ ਹੈਗੀਆਂ ਨੇ ਜਿਹੜੀਆਂ ਇੱਥੋਂ ਦੇ ਜੀ? ਸਮੱਸਿਆ ਬਿੱਲੀਆਂ ਦੇ ਹੈਗੀਆਂ, ਕੂੜਿਆਂ ਦੀ ਜਿਹੜੇ ਭਾਜੀ ਲੱਗਾ ਹੁੰਦਾ ਵਾ, ਢੇਰ ਲਾਏ ਹੁੰਦੇ ਕੂੜੇ ਤੇ, ਉਹ ਤੋਂ ਮੱਛਰ ਪੈਦਾ ਹੁੰਦਾ। ਮੱਛਰ ਦੇ ਪੈਦਾ ਹੋਣ ਨਾਲ ਹਰ ਘਰ ਦੇ ਵਿੱਚ ਸਾਰੇ ਬਿਮਾਰ ਪਏ ਆ। ਡੇਂਗੂ ਦਾ ਅੱਜ ਕੱਲ੍ਹ ਚੱਲਣ ਦਿਆ ਬਹੁਤ ਜ਼ੋਰ। ਇੱਕ ਘਰ ਛੱਡ ਕੇ ਵੇਖ ਲਓ, ਸਾਰੇ ਡੇਂਗੂ ਦਾ ਬੁਖਾਰ ਚੜਿਆ, ਸੈੱਲ ਘਟਣ ਦੇ ਸਾਰਿਆਂ ਦੇ। ਤੇ ਕਾਰਪੋਰੇਸ਼ਨ ਦੀ ਕੋਈ ਫੋਕਿਸ ਸਸਤੇ ਮਸ਼ੀਨਾਂ ਆਈਆਂ ਇੱਧਰ ਜਿਹੜੇ ਮਸ਼ੀਨਾਂ ਆ ਰਹੀਆਂ ਜੀ। ਹੋਰ ਕੀ ਹਾਲਾਤ ਨੇ ਇੱਧਰ ਦੇ? ਹੋਰ ਹਾਲਾਤ ਇੱਧਰ ਸੀਵਰ ਦੇ ਪਾਣੀ ਵਿੱਚ ਗੰਦਾ ਆਉਂਦਾ ਵਾ, ਪੀਣ ਵਾਲਾ ਪਾਣੀ ਜਿਹੜਾ ਗੰਦਾ ਆਉਂਦਾ ਕਿ ਪੀਣ ਵਾਲੇ ਪਾਣੀ ਦੇ ਵਿੱਚ ਕਈ ਆ ਪ੍ਰੋਬਲਮ ਆਉਂਦੀ ਹੈ ਕਿ ਗੰਦਾ ਪਾਣੀ ਨਾਲੀ ਦੇ ਵਿੱਚ ਮਿਲਿਆ ਵੀ ਕਈ ਵਾਰ ਆਉਂਦਾ ਵਾ ਤੇ ਹਾਂ ਪੀਣਾ ਬਹੁਤ ਔਖਾ ਵਾ। ਤੇ ਇੱਕ ਜਿਹੜਾ ਮੱਛਰ ਦੀ ਪ੍ਰੋਬਲਮ ਭਾਈ ਉਹਨਾਂ ਨੇ ਦੱਸੀ ਹੈ ਉਹ ਵੀ ਹੈਗੀ ਹੈ ਤੇ ਬਹੁਤ ਜ਼ਿਆਦਾ। ਹਾਂਜੀ, ਤੇ ਇਲਾਕੇ ਦੇ ਜਿਹੜੇ ਕੌਂਸਲਰ ਇੱਥੋਂ ਦੇ ਜਿਹੜੇ ਚੁਣੇ ਹੋਏ ਨੇ, ਉਹ ਉਹਨਾਂ ਨੇ ਕਿਤੇ ਫੇਰਾ ਫੂਰਾ ਮਾਰਿਆ ਜਾਂ ਕੋਈ ਉਹਨਾਂ ਤੱਕ ਸਮੱਸਿਆ ਦਾ ਤੁਸੀਂ ਹੱਲ ਉਹਨਾਂ ਦੇ ਤੱਕ ਪਹੁੰਚੇ? ਤੁਸੀਂ ਪਹੁੰਚ ਕੀਤੀ ਕਦੀ? ਦੇਖੋ ਜੀ, ਜਿਹੜੀਆਂ ਗਲੀਆਂ ਬਣਨ ਵਾਲੀਆਂ ਉਹ ਗਲੀਆਂ ਬਣਾ ਨਹੀਂ ਰਹੇ, ਠੀਕ ਹੈ। ਜਿਹੜੀਆਂ ਸਬੂਤੀਆਂ ਗਲੀਆਂ ਉਹਨਾਂ ਨੂੰ ਤੋੜ ਕੇ ਉੱਤੇ ਬਣਾਈ ਜਾਂਦੇ, ਉਹਦਾ ਕੀ ਫਾਇਦਾ? ਆਪਾਂ ਨੂੰ ਚਾਹੀਦੇ ਐਜੂਕੇਸ਼ਨ, ਗਾਂ ਸਮਾਰਟ ਸਕੂਲ ਚਾਹੀਦੇ ਆ, ਠੀਕ ਹੈ ਨਾ। ਜਿਹੜੀ ਪੜ੍ਹਾਈ ਫ੍ਰੀ ਹੋਵੇ, ਬੱਚਿਆਂ ਦਾ ਗਾਂ ਕੋਈ ਭਵਿੱਖ ਆਉਣ ਵਾਲਾ ਨਵਾਂ ਵਧੀਆ ਹੋਵੇ, ਠੀਕ ਹੈ। ਉਹ ਕੋਈ ਫਾਇਦਾ ਹੈਗਾ ਨਹੀਂ ਆ। ਜਿਹੜੀਆਂ ਚੰਗੀਆਂ ਭਲੀਆਂ ਗਲੀਆਂ ਹੈਗੀਆਂ ਵਾ, ਤੋੜ ਕੇ ਆਪਾਂ ਬਣਾਈ ਜਾਂਦੇ ਆ। ਇਲਾਕਾ ਨਿਵਾਸੀ ਜਿਨ੍ਹਾਂ ਨੇ ਆਪਣੀਆਂ ਸਮੱਸਿਆ ਵੀ ਦੱਸੀਆਂ ਵਾ, ਆਉਣ ਵਾਲੇ ਸਮੇਂ 'ਚ ਵੇਖਿਆ ਜਾਵੇ 2022 ਦੇ ਚੋਣਾਂ ਦੇ ਵਿੱਚ ਜਿਹੜੇ ਲੋਕਾਂ ਦੀ ਸਮੱਸਿਆ ਹਾਲਾਤ ਨੇ ਇਸ ਵਕਤ ਜਿਹੜਾ ਵਾਰਡ ਨੰਬਰ 42 ਦੇ ਮੌਜੂਦਾ? देखो जी, कौंसलर वालों दवाई दी स्प्रे जी वो भी कई बारी कराई गई है। कुछ शरीर सानू आके भी दस रहे ने भी गमले से पानी ना खड़ा करो, कूलर से पानी बदलो ताकि वो मच्छर पैदा होता है। तो जी दवाई की स्प्रे वो घर से भी एक दो बारी करके गए ने, तकरीबन 4-5 चक्कर लगे ने। तो होर भी जो काम ने गलियां दे जां होर कोई भी, वो भी जो कोई बंदा जांदा है तो उत्ते गौर करके वो काम नूं संपूर्ण करन दी किरपालता करते हैं। वो साडे वालों कोई उन्हां दा कोई लांभा नहीं भी कोई काम नहीं करते जां सुनते नहीं। असीं तो जदों भी फोन करते हैं तकरीबन फोन अटेंड करके उस मसले नूं हल करन दा यतन करते। जे ना आप होण अपने किसी करिंदे दी ड्यूटी लांदे ने भी तुसीं इस नंबर ते फोन करके ਉਹਨਾਂ ਮਸਲਾ ਹੱਲ ਕਰਾ ਸਕਦੇ ਹੋ। ਤੁਸੀਂ ਹੁਣ ਕੀ ਮੰਗ ਕੀ ਕਰਦੇ ਜੇ ਇਲਾਕਾ ਨਿਵਾਸੀ ਦੇ ਤੌਰ ਤੇ ਕੀ ਮੰਗ ਕਰਦੇ ਆ? ਬਣੇ ਮੰਗ ਇਹੀ, ਸਾਨੂੰ ਬੰਦਾ ਇਹੋ ਚਾਹੀਦਾ ਜਿਹੋ ਜਿਹਾ ਸਾਡਾ ਪਬਲਿਕ ਦੀ ਹਰ ਮੁਸ਼ਕਲ ਨੂੰ ਸੁਣੇ, ਉਹਦਾ ਮਸਲਾ ਹੱਲ ਕਰੇ। ਇਹ ਨਾ ਹੋਵੇ ਵੀ ਵੋਟਾਂ ਵੇਲੇ ਘਰਾਂ 'ਚ ਆਣ ਮੁੜ ਕੇ ਸਾਨੂੰ ਇਹ ਕਹਿਣ ਵੀ ਹੁਣ ਘਰ ਨਹੀਂ ਜਾਂ ਕੋਈ ਅਜੇ ਮਿਲਣਾ ਨਹੀਂ, 2 ਦਿਨ ਬਾਹਰ ਗਏ ਨੇ। ਹਰ ਪਰਿਵਾਰ ਦੀ ਹੀ ਖਾਸ਼ ਹੁੰਦੀ ਹੈ, गली में मसला बनिया, इलाके 'च मसला बनिया, कोई बाजार का मसला बनिया, कोई घरेलू मसला बनिया, उन्होंने आके वो पूर्ण तौर पर एक दूजे की गल सुन के इंसाफ दिखाण ताकि उन्होंने चोण सदा होती रहे, कोई लांभे वाला काम ना। ਸਾਡੇ ਨਾਲ ਜੁੜੇ ਨੇ ਗੁਰਦਿਆਲ ਸਿੰਘ ਜੀ ਭੁੱਲਰ ਜਿਹੜੇ ਸਰਕਲ ਪ੍ਰਧਾਨ ਨੇ, ਅੱਜ ਵਾਰਡ ਨੰਬਰ 42 ਵਿਖੇ ਪਹੁੰਚੇ ਹੋਏ ਆ। ਆਓ ਉਹਨਾਂ ਨਾਲ ਗੱਲਬਾਤ ਕਰਾਂਦੇ ਹਾਂ। ਜੀ ਸਰ, ਜਿਹੜੇ ਲੋਕ ਮੁੱਦਿਆਂ ਤੇ ਗੱਲ ਕਰਦੇ ਨੇ, ਕੀ ਹਾਲਾਤ ਨੇ ਇਸ ਵਕਤ ਮੌਜੂਦਾ ਜਿਹੜੇ ਇਲਾਕੇ ਦੇ ਵਿੱਚ? ਇਲਾਕੇ ਵਿੱਚ ਇਸ ਟਾਈਮ ਜਿਹੜਾ ਵਾ ਬਿਮਾਰੀ ਜਿਹੜੀ ਆ ਡੇਂਗੂ ਜਿਹੜਾ ਬਹੁਤ ਜ਼ਿਆਦਾ ਫੈਲਿਆ ਹੋਇਆ ਵਾ। ਹੁਣ ਪਿਛਲੇ ਦਿਨੀ ਸਰਦਾਰ ਤਲਵੀਰ ਸਿੰਘ ਗਿੱਲ ਵੱਲੋਂ ਜਿਹੜੀਆਂ ਮਸ਼ੀਨਾਂ ਭੇਜੀਆਂ ਗਈਆਂ ਸੀ, ਅਸੀਂ ਘਰ ਘਰ ਜਾ ਕੇ ਜਿਹੜੀ ਉਹ ਸਪਰੇਅ ਕੀਤੀ ਹੈ। ਸਰਕਾਰ ਦਾ ਬੰਦਾ ਤਾਂ ਕੋਈ ਵੇਖਿਆ ਨਹੀਂ ਸੀ ਸਪਰੇਅ ਕਰਦਾ। ਉਹ ਸਾਰਾ ਕੰਮ ਜਿਹੜੇ ਆ ਇਸ ਇਲਾਕੇ ਦਾ ਜਿੰਨਾ ਵੀ ਆ ਗਿੱਲ ਸਾਹਿਬ ਜਿਹੜੇ ਉਹ ਕਰਾਉਣ ਡਏ ਆ, ਉਹ ਕਰ ਰਹੇ ਆ। ਹਾਲਾਤ ਜਿਹੜੇ ਉਹ ਇਸ ਟਾਈਮ ਜਿਹੜੇ ਡੇਂਗੂ ਦੇ ਜਿਹੜੇ ਉਹ ਤਾਂ ਮਾੜੇ ਹੀ ਆ। ਕੋਈ ਮੁਸ਼ਕਲਾਂ ਦੇ ਇਲਾਕੇ ਦੇ ਵਿੱਚ ਹੈਗੀਆਂ? ਮੁਸ਼ਕਲਾਂ ਉਹੀ ਆ ਵੀ ਇੱਕ ਤਾਂ ਵੇਖੋ ਹੁਣ ਬਿਜਲੀ ਦੇ ਕੱਟ ਕਿੰਨੇ ਲੱਗਣ ਡਏ ਆ ਜਿਹੜੇ, ਇਹ ਵੀ ਤਾਂ ਮੁਸ਼ਕਿਲ ਨਾਲ ਹੀ ਹੈ, ਨਾਲ ਜ਼ਿੰਦਗੀ ਦਾ ਜਿਹੜਾ ਲੋਕਾਂ ਦਾ ਰੋਜ਼ ਦਾ ਜਿਹੜਾ ਕੰਮ ਆ ਕਿਹਨਾਂ ਹੈਗਾ ਵਾ। ਪਾਣੀ ਜਿਹੜਾ ਉਹ ਇੱਥੇ ਗੰਦਾ ਆਉਣ ਡਿਆ ਵਾ, ਜਿੰਨਾ ਵਾਟਰ ਸਪਲਾਈ ਦਾ ਜਿਹੜਾ ਹੈਗਾ ਵਾ। ਅਤੇ ਸੜਕਾਂ ਵੀ ਕਈ ਜਿਹੜੀਆਂ ਵਾ ਪੁੱਟੀਆਂ ਹੋਈਆਂ, ਬੜੇ ਚਿਰ ਦੀਆਂ ਬਣੀਆਂ ਨਹੀਂ ਹਾਲੇ ਤੱਕ ਜਿਹੜੀਆਂ। ਕੀ ਚਾਹੁੰਦੇ ਕੀ ਜੀ ਹੁਣ ਤੁਸੀਂ ਕੀ ਮੰਗ ਕੀ ਕਰਦੇ? ਅਸੀਂ ਇਹੋ ਚਾਹੁੰਦੇ ਹਾਂ ਵੀ ਜਿਹੜੀ ਸਰਕਾਰ ਆ ਕੰਮ ਕਰਨ ਦਾ ਮਹੀਨਾ ਸਾਰਾ 2 ਮਹੀਨੇ ਰਹਿ ਗਏ ਇਹਨਾਂ ਦੇ, ਜਿਹੜੇ ਛੇਤੀ ਜਿਹੜੇ ਕੰਮ ਜਿਹੜੇ ਇਹਨਾਂ ਨੇ ਜਿਹੜੇ ਸ਼ੁਰੂ ਕੀਤੇ ਆ। ਜੋ ਭੁੱਲਰ ਸਾਹਿਬ ਨੇ ਕਿਹਾ ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ। ਇਹ ਸਾਡੇ ਪ੍ਰਧਾਨ ਸਾਹਿਬ ਨੇ ਜੋ ਤਲਵੀਰ ਭਾਜੀ ਗਿੱਲ ਸਾਹਿਬ ਕਰ ਰਹੇ ਨੇ, ਉਹ ਬਹੁਤ ਵਧੀਆ ਕੰਮ ਕਰ ਰਹੇ ਨੇ। ਤੇ ਇਹਨਾਂ ਨੇ ਡੇਂਗੂ ਦਾ ਜੋ ਵੀ ਆ ਮਸ਼ੀਨਾਂ ਲਾਈਆਂ ਇਹਨਾਂ ਨੇ, ਧੂਆਂ ਦੇ ਜੋ ਬੜਾ ਕੰਮ ਵਧੀਆ ਕੀਤਾ ਇਹਨਾਂ ਨੇ। ਅਸੀਂ ਚਾਹੁੰਦੇ ਹਾਂ ਵੀ ਸਾਡਾ ਸ਼੍ਰੋਮਣੀ ਅਕਾਲੀ ਦਲ ਗਿੱਲ ਸਾਹਿਬ MLA ਜਿਹੜੀ 2022 ਦੀ ਇਲੈਕਸ਼ਨ ਆ ਰਹੀ ਆ, ਉਹਨੂੰ ਕਿੱਦਾਂ ਵੇਖ ਰਹੇ ਜੀ ਉਹਨੂੰ? ਜੀ ਉਹਦੇ ਵਿੱਚ ਸਾਰੇ ਲੋਕਾਂ ਨੂੰ ਦੱਸਦਾ ਵੇ ਵੀ ਇਸ ਟਾਈਮ ਜਿਹੜੇ ਉਸਤਾਦ ਗਿੱਲ ਸਾਹਿਬ ਜਿਹੜੇ 2022 'ਚ MLA ਜਿਹੜੇ ਬਣ ਜਾ ਰਹੇ ਆ, ਕਿਉਂ ਲੋਕੀ ਆਪ ਖੁਦ ਉਹਨਾਂ ਨੂੰ ਸੱਦਣ ਡਏ, ਆਪ ਲੋਕੀ ਉਹਨਾਂ ਨਾਲ ਜੁੜਨ ਡਏ ਆ। ਲੋਕਾਂ ਵਿੱਚ 3 ਸਾਲਾਂ ਤੋਂ ਵਿਚਰਨ ਡਏ ਆ। ਲੋਕਡਾਊਨ ਦੇ ਵਿੱਚ ਉਹਨਾਂ ਲੋਕਾਂ ਦੀ ਬਹੁਤ ਸੇਵਾ ਕੀਤੀ ਆ। ਉਹਨਾਂ ਨੇ ਜਾ ਕੇ ਗਲੀਆਂ ਮਹੱਲਿਆਂ ਵਿੱਚ ਰਾਸ਼ਨ ਵੰਡਿਆ ਵਾ, ਸਪਰੇਆਂ ਵੀ ਕੀਤੀਆਂ, ਸਭ ਕੁਝ ਕੀਤਾ ਉਹਨਾਂ ਨੇ। ਸਾਰਾ ਕੰਮ ਤਾਂ ਉਹ ਕਰਨ ਡਏ।
ਜਿੰਨਾ ਵੀ ਹੈ। ਇਹ ਜੀ ਗੁਰਦਿਆਲ ਸਿੰਘ ਜੀ ਭੁੱਲਰ ਜਿਹੜੇ ਇਲਾਕੇ ਦੇ ਸੱਤ ਨੇ, ਜਿਹੜੇ ਵਾਰਡ ਦੇ ਤੁਸੀਂ ਵਸਨੀਕ ਜੇ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਵਾਰਡ ਦੇ ਭਾਜੀ ਬਹੁਤ ਜ਼ਿਆਦਾ ਮਾੜੇ ਹਾਲਾਤ ਹੈ ਜੀ। ਆਹ ਵੇਖੋ ਤੁਹਾਡੇ ਸਾਹਮਣੇ ਹੀ ਆ, ਆਹ ਦਿਖ ਰਿਹਾ ਵੇਖੋ ਕੂੜੇ ਦਾ, ਦੇਖੋ ਕੀ ਹਾਲ ਬਣਿਆ ਪਿਆ, ਕਿਸ ਤਰ੍ਹਾਂ ਮੱਖੀਆਂ ਭਿੰਨ ਭਿੰਨ ਕਰ ਰਹੀਆਂ ਜੀ। ਇਹ ਡੇਂਗੂ ਫੈਲਾ ਰਿਹਾ ਜੀ। ਦੇਖੋ ਘਰ ਘਰ ਹਾਲਾਤ ਕਿੰਨੇ ਮਾੜੇ ਹੋਏ ਪਏ ਨੇ। ਕਾਰਪੋਰੇਸ਼ਨ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਜਿਹੜੇ? ਵੀਰੇ ਕੋਈ ਕਾਰਪੋਰੇਸ਼ਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ, ਕੋਈ ਵੀ ਮੁੱਦਾ ਉਠਾਇਆ ਨਹੀਂ ਗਿਆ ਇਸ ਬਾਰੇ, ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਮੇਨ ਜੀ ਕਦੀ ਇਧਰੋਂ ਕੂੜਾ ਚੁੱਕ ਲੈਂਦੇ ਆ, ਕਦੀ ਉਧਰੋਂ ਚੁੱਕ ਲੈਂਦੇ ਆ। ਸਾਡੇ ਆਪਣੇ ਘਰ ਮੇਰੀ ਭਾਬੀ ਨੂੰ ਡੇਂਗੂ ਹੋ ਗਿਆ ਸੀ, ਮੇਰਾ ਭਤੀਜਾ ਵਾ ਉਹ ਹੈ ਨਹੀਂ ਇੱਥੇ, ਉਹਨੂੰ ਟਾਈਫਾਈਡ ਹੋ ਗਿਆ। ਅਪੀਲ ਕਰਨ ਜਾਵਾਂਗੇ ਕਿ ਇੱਥੇ ਕੂੜੇ ਵਾਲੀ ਗੱਡੀ ਜਿਹੜੀ ਲਿਆ ਕੇ ਇੱਥੋਂ ਸਾਰੀ ਸਫਾਈ ਕਰਾਈ ਜਾਵੇ ਅਤੇ ਛਿੜਕਾਈ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਅਣਕੀ ਪੰਜਾਬ ਟੀਵੀ ਲੋਕ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ। ਹਲਕਾ ਦੱਖਣੀ ਅਧੀਨ ਵਾਰਡ ਨੰਬਰ 42 ਦੇ ਹੀ ਆਮ ਆਦਮੀ ਪਾਰਟੀ ਦੇ ਹੀ ਸੀਨੀਅਰ ਆਗੂ ਲਖਵਿੰਦਰ ਸਿੰਘ ਜੀ ਲਵਲੀ, ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਨ ਵਾਸਤੇ ਆਏ ਲੋਕ ਮੁੱਦਿਆਂ ਦੇ। ਹਾਂਜੀ ਸਰ, ਪਹਿਲੋਂ ਤਾਂ ਚੈਨਲ ਦੇ ਸਾਡੇ ਜੀ ਆਇਆਂ ਨੂੰ ਜੀ, ਤੁਹਾਨੂੰ ਜੀ। ਸਰ, ਮੇਨ ਜਿਹੜੇ ਲੋਕ ਮੁੱਦੇ ਤੇ ਗੱਲ ਕਰ ਰਹੇ ਨੇ, ਵਾਰਡ ਨੰਬਰ 42 ਦੀਆਂ ਕਿਹੜੀਆਂ ਸਮੱਸਿਆ ਨੇ, ਕੀ ਹੱਲ ਕਰਾਏ ਨੇ ਮੌਜੂਦਾ ਜਿਹੜੇ ਇਸ ਵਕਤ ਜਿਹੜੇ ਕੌਂਸਲਰ ਨੇ, ਜਾਂ ਕੀ ਹਾਲਾਤ ਨੇ ਵਾਰਡ ਦੇ ਸਾਰੇ? ਵਾਰਡ ਦਾ ਤਾਂ ਇਸ ਤਰ੍ਹਾਂ ਵਾ ਕਿ ਵੇਖੋ ਤੁਸੀਂ ਘਰ ਘਰ ਜਾ ਕੇ ਵੇਖ ਲਓ, 2-2 3-3 ਦਿਨ ਕੁੜੀ ਦੀਆਂ ਗੱਡੀਆਂ ਹੀ ਨਹੀਂ ਆਉਂਦੀਆਂ, ਠੀਕ ਆ। ਅਤੇ ਪਾਣੀ ਦਾ ਤਾਂ ਬਹੁਤ ਮਾੜਾ ਹਾਲ ਨਾ, ਗੰਦਾ ਪਾਣੀ ਆਉਂਦਿਆ ਵਾ, ਅਤੇ ਉਹਦੇ ਕਰਕੇ ਹੁਣ ਤੁਹਾਨੂੰ ਪਤਾ ਵੇਖੋ ਦੀ ਡੇਂਗੂ ਨਾਲ ਸਾਰਾ ਮਤਲਬ ਹਰ ਘਰ ਵਿੱਚ 2-2 3-3 ਬੰਦੇ ਡੇਂਗੂ ਨਾਲ ਬਿਮਾਰ ਪਏ ਆ। ਅੱਗੇ ਤਾਂ ਲੋਕਾਂ ਦੇ ਕਾਰੋਬਾਰ ਨਹੀਂ ਗਏ ਲੋਕਡਾਊਨ ਕਰਕੇ, ਬੇਰੁਜ਼ਗਾਰੀ ਵੈਸੇ ਬੜੀ ਆ, ਅਤੇ ਬਾਕੀ ਇਹ ਬਿਮਾਰੀ ਹੈ ਜਿਹੜੀ ਪੈ ਗਈ ਲੋਕਾਂ ਉੱਪਰ, ਉਹਦੇ ਕਰਕੇ ਬਿਲਕੁਲ ਹੀ ਲੋਕੀ ਮਤਲਬ ਕਿ 2 ਡੰਗ ਦੀ ਰੋਟੀ ਹੈ ਨਾ, ਉਹ ਤੋਂ ਵੀ ਮਤਲਬ ਬਹਿ ਗਏ ਹੋਏ ਇਸ ਟਾਈਮ ਜੀ। ਹੁਣ ਇਸ ਵਕਤ ਜਿਹੜੇ ਹਾਲਾਤ ਨੇ, ਇਸ ਵਕਤ ਜਿਹੜੇ ਵਾਰਡ ਦੇ, ਮੁਹੱਲੇ ਦਾ ਮੈਨੂੰ ਪਤਾ ਕੋਈ ਵਿਕਾਸ ਨਹੀਂ ਹੋਇਆ, ਤੇ ਆਪਣੇ ਉਹਨਾਂ ਦੇ ਵਿਕਾਸ ਹੋ ਗਏ ਆ। ਜਿਹੜੇ 100 ਗਾਈ ਦੇ ਉਹਨਾਂ ਕੋਲ ਮਕਾਨ ਹੈਗੇ ਆ, ਇਸ ਟਾਈਮ ਕੋਠੀਆਂ ਤਿਆਰ ਕਰਕੇ ਪਹਿਲਾਂ ਲੋਕਾਂ ਨੂੰ ਤੇ 2 ਪਾਰਟੀਆਂ ਹੀਆਂ ਸੀ, ਤੀਜਾ ਧਾਰ ਕੋਈ ਨਹੀਂ ਸੀ ਲੱਭਦਾ। ਪਿਛਲੀ ਲੋਕੀ ਗਲਤੀ ਕਰ ਬੈਠੇ ਆ, ਪਰ ਐਰ ਕੀ ਲੋਕਾਂ ਨੂੰ ਪਤਾ ਕਿ ਸਾਡੇ ਕੋਲ ਇੱਕ ਆਪਸ਼ਨ ਹੈਗੀ ਆ, ਆਮ ਆਦਮੀ ਪਾਰਟੀ, ਜਿਹੜੀ ਸਾਨੂੰ ਖੱਡ ਤੋਂ ਡਿੱਗਣ ਤੋਂ ਬਚਾ ਸਕਦੀ ਆ। ਨਹੀਂ ਤਾਂ ਉਹਨਾਂ ਨੂੰ ਪਤਾ ਵਾ ਕਿ ਜੇ ਐਰ ਕੀ ਆਪਾਂ ਕਿਤੇ ਕਾਂਗਰਸ ਜਾਂ ਅਕਾਲੀ ਦੋਵਾਂ ਦੇ ਇੱਕ ਆ ਗਏ, ਜਿਹੜੀ 2 ਟਾਈਮ ਦੀ ਰੋਟੀ ਖਾਂਦੇ ਨਾ ਮਾੜੀ ਮੋਟੀ, ਉਹ ਤੋਂ ਵੀ ਜਾਣਗੇ। ਇੱਕ ਇੰਨਾ ਕਿ ਸਿਸਟਮ ਖਰਾਬ ਆ, ਇੱਕ ਤੇ ਰੋਜ਼ਗਾਰ ਤੇ ਲੋਕਾਂ ਦੇ ਗਏ ਆ, ਕਾਰੋਬਾਰ ਨਹੀਂ ਗਏ। ਪਲੱਸ ਇਸ ਟਾਈਮ ਚਿੱਟੇ ਦੇ ਉੱਪਰ ਬੱਚੇ ਲੱਗੇ ਹੋਏ ਆ, ਮਤਲਬ ਇਸ ਟਾਈਮ ਇੰਨੀ ਕੁ ਮੁਸੀਬਤ ਲੋਕਾਂ ਨੂੰ ਆਪਣੇ ਘਰ ਵਿੱਚ ਪਈ ਹੋਈ ਹੈ ਕਿ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਸੁਧਾਰੀਏ, ਕਿਸ ਤਰ੍ਹਾਂ ਬਚਾਈਏ ਉਹਨਾਂ ਨੂੰ। ਬਾਕੀ ਤੇ ਗੱਲਾਂ ਹੀ ਨਹੀਂ, ਹੁਣ ਲੋਕਾਂ ਨੂੰ ਇੱਕੋ ਉਮੀਦ ਦਿਖਦੀ ਹੈ, ਸਿਰਫ ਆਮ ਆਦਮੀ ਪਾਰਟੀ, ਹੋਰ ਕੋਈ ਉਮੀਦ ਨਹੀਂ ਦਿਖਦੀ। ਬਾਕੀ ਇਹ ਝੂਠ ਦੀ ਰਾਜਨੀਤੀ, ਜੋ ਮਰਜ਼ੀ ਕਰ ਲੈਣ, ਆਪਾਂ ਲਾਈਟਾਂ ਫਰੀ ਦੇ ਦਾਂਗੇ, ਆਪਾਂ ਜੇ ਕਰ ਦਾਂਗੇ ਉਹ ਕਰ ਦਾਂਗੇ, ਕੁਛ ਨਹੀਂ ਹੋਣਾ ਇਹਨਾਂ ਕੋਲ, ਕਿਉਂਕਿ ਜੇ 75 ਸਾਲਾਂ 'ਚ ਨਹੀਂ ਹੋਇਆ ਤਾਂ ਹੁਣ ਇਹਨਾਂ ਨੂੰ ਕੀ ਹੋਣਾ ਵਾ। ਇਹ ਜੀ ਲਖਵਿੰਦਰ ਸਿੰਘ ਜੀ ਲਵਲੀ, ਜਿਹੜੇ ਵਾਰਡ ਨੰਬਰ 42 ਦੇ ਹੀ ਆਮ ਪਾਰਟੀ ਦੇ ਆਗੂ ਨੇ, ਆਓ ਸਾਡੇ ਨਾਲ ਜੁੜੇ ਨੇ। ਹਲਕਾ ਦੱਖਣੀ ਦੇ ਹੀ ਸੀਨੀਅਰ ਆਗੂ ਜਿਹੜੇ ਇੰਦਰਬੀਰ ਸਿੰਘ ਜੀ ਨਿੱਜਰ ਸਾਹਿਬ ਦੇ ਹੀ ਬਹੁਤ ਹੀ ਨਜ਼ਦੀਕ ਨੇ, ਉਹਨਾਂ ਨਾਲ ਗੱਲਬਾਤ ਕਰਾਉਂਦੇ ਆ। ਨਰਿੰਦਰ ਸਿੰਘ ਜੀ ਜਿਹੜੇ ਮਰਵਾ। ਹਾਂਜੀ ਨਰਿੰਦਰ ਸਿੰਘ ਜੀ, ਲੋਕ ਮੁੱਦਿਆਂ 'ਤੇ ਆਪਾਂ ਗੱਲਬਾਤ ਕਰਦੇ ਹਾਂ। ਕੀ ਸਮੱਸਿਆ ਨੇ? ਤੁਸੀਂ ਕਾਫੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਸਾਹਿਬ ਦੇ ਨਜ਼ਦੀਕ ਹੈਗੇ ਜੇ, ਕੀ ਇਲਾਕੇ ਦੇ ਕੀ ਹਾਲਾਤ ਨੇ ਇਸ ਵਕਤ? ਹੁਣ ਇਸ ਵਕਤ ਵਾਰਡ ਨੰਬਰ 42 ਦੀ ਆਪਾਂ ਸਮੱਸਿਆ ਲੈ ਕੇ ਆਏ ਆ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਹਾਲਾਤਾਂ ਦੇ ਬਾਰੇ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਕਾਰੀ ਜਾਣਦੇ ਹੋ, ਕਿਉਂਕਿ ਤੁਸੀਂ ਹਰ ਵਾਰਡਾਂ 'ਚ ਘੁੰਮਦੇ ਹੋ। ਸ਼ਹਿਰ ਦੀ ਵੀ ਯਾਰ 85 ਵਾਰਡਾਂ 'ਚ ਤੁਹਾਡਾ ਸਰਵੇ ਹੁੰਦਾ ਰਹਿੰਦਾ ਹੈ। ਹਾਲਾਤ ਇਹੋ ਜਿਹੇ ਹੋ ਚੁੱਕੇ ਕਿ ਨੇਤਾ, ਦੋਵੇਂ ਰਵਾਇਤੀ ਪਾਰਟੀਆਂ ਦੇ ਨੇਤਾ ਇੰਨੇ ਕੁ ਭ੍ਰਿਸ਼ਟ, ਇਹਨਾਂ ਦੇ ਇਖਲਾਕ ਇੰਨੇ ਕੁ ਗਿਰ ਚੁੱਕੇ ਆ ਕਿ ਇਹਨਾਂ ਨੂੰ ਜਨਤਾ ਨਹੀਂ ਦਿਸਦੀ। ਇਹਨਾਂ ਵਾਸਤੇ ਜਨਤਾ ਜਿਹੜੀ ਹੈਗੀ ਹੈ, ਇਹਨਾਂ ਦਾ ਮਨ ਹੈ ਕਿ ਉਹਨਾਂ ਨੂੰ ਕੁਚਲ ਕੇ ਜੋ ਕੁਝ ਸਾਡੇ ਵਾਸਤੇ ਬਣ ਸਕਦਾ ਉਹ ਬਣੇ। ਕੋਈ ਵਿਕਾਸ ਨਹੀਂ ਗਾ, ਵਿਕਾਸਾਂ ਦੇ ਨਾਂ 'ਤੇ ਲੁੱਟ ਖਸੁੱਟ ਇਹਨਾਂ ਕੋਲ ਹੈਗੀ ਆ। ਅਤੇ 42 ਨੰਬਰ ਵਾਰਡ ਦੀ ਗੱਲ ਕਰੀਏ, ਪਾਣੀ ਦਾ ਮੁੱਦਾ ਲੈ ਲਓ, ਪਾਣੀ ਗੰਦਾ ਆ ਰਿਹਾ, ਢੇਰ ਲੱਗੇ ਆ, ਡੇਂਗੂ ਹੈ, ਕੋਈ ਫੋਗਿੰਗ ਦਾ ਇੰਤਜ਼ਾਮ ਨਹੀਂ ਹੈਗਾ। ਜੇਕਰ ਇੰਨੇ ਥੋੜ੍ਹੀ ਜਿਹੀ ਬਹੁਤੀ ਸਿਆਣਪ ਵਰਦੇ, ਇੱਕ ਅੱਛੀ ਜੀ ਫੋਗਿੰਗ ਕਰਾ ਦਿੰਦੇ ਜਿਹਦੇ ਨਾਲ ਮੱਛਰ ਮਾਰੇ ਜਾਂਦੇ, ਜਿਹੜੀ ਡੇਂਗੂ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ ਪਾਉਂਦੀ। ਨਰਿੰਦਰ ਜੀ, ਮੈਂ ਇੱਕ ਗੱਲ ਤੇ ਫੇਰ ਆਂਦਾ, ਲੋਕ ਮੁੱਦਿਆਂ 'ਤੇ ਆਪਾਂ ਗੱਲ ਕਰਦੇ ਹਾਂ। ਜਿਸ ਤਰ੍ਹਾਂ ਮੇਨ ਇੱਕ ਬੰਨੇ ਸ਼੍ਰੋਮਣੀ ਅਕਾਲੀ ਦਲ ਨੇ 400 ਯੂਨਿਟ ਕਹਿਤੇ ਆ, ਉਹ ਵੀ ਗਰੰਟੀ ਦੇ ਰਹੇ ਨੇ। ਉਧਰੋਂ ਇਹ ਸਿੱਧੂ ਸਾਹਿਬ ਨੇ ਕਹਿਤਾ 3 ਰੁਪਏ ਯੂਨਿਟ ਦੇਵਾਂਗੇ, ਉਹ ਵੀ ਕਹਿ ਰਹੇ ਨੇ। ਉਧਰੋਂ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਵਾ ਆਪਾਂ 300 ਯੂਨਿਟ ਦੇਵਾਂਗੇ, ਜਿਸ ਤਰ੍ਹਾਂ 600 ਯੂਨਿਟ 2 ਮਹੀਨੇ ਦਾ ਹੋ ਗਿਆ। ਪਰ ਕਿੱਦਾਂ ਵੇਖ ਰਹੇ ਨੇ, ਕੀ ਲੱਗਦਾ ਇਹ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਰਹੇ ਜਿਹੜੀਆਂ ਪਾਰਟੀਆਂ ਜਿੰਨੀਆਂ ਵੀ ਆ? ਸਰ, ਗੁੰਮਰਾਹ ਪਹਿਲੋਂ ਹੋਏ ਆ, ਲੇਕਿਨ ਦਿੱਲੀ ਦੇ ਦਿੱਲੀ ਦੀ ਜੋ ਕਾਰਜਸ਼ੈਲੀ ਹੋਈ ਹੈ, ਉਹਦੇ ਵਿੱਚ ਉਹਨੇ ਗਰੰਟੀਆਂ ਦੇ ਤੌਰ 'ਤੇ ਕੰਮਾਂ ਨੂੰ ਪੂਰਾ ਕੀਤਾ ਹੈ। ਠੀਕ ਹੈ ਨਾ। ਲੋਕੀ ਬੇਸਿਕਲੀ ਇਕਨੋਮਿਕਲੀ ਹਾਲਤ ਲੋਕਾਂ ਦੀ ਬੜੀ ਮਾੜੀ ਹੋ ਚੁੱਕੀ, ਉਹਨਾਂ ਨੂੰ ਫੈਸਿਲਿਟੀ ਚਾਹੀਦੀ ਹੈ, ਸਟੈਂਡ ਕਰਨ ਵਾਸਤੇ ਚਾਹੀਦੀ ਹੈ। ਅਜੇ ਕੱਲ੍ਹ ਪਰਸੋਂ ਹੀ ਕੇਜਰੀਵਾਲ ਸਾਹਿਬ ਵਪਾਰੀਆਂ ਨਾਲ ਜਿਹੜੀ ਕਮਿਟਮੈਂਟ ਕਰ ਗਏ ਆ, ਜਿਹੜੀ ਉਹਨਾਂ ਨੇ ਕਿਹਾ ਕਿ ਜਿਹੜੀ ਅਫਸਰਾਂ ਦੀ ਚੋਰ ਬਜ਼ਾਰੀ ਬੰਦ ਕੀਤੀ ਜਾਏਗੀ, ਹਫਤਾਸ਼ਾਹੀ ਬੰਦ ਕੀਤੀ ਜਾਏਗੀ। ਮੇਰਾ ਕਹਿਣ ਦਾ ਭਾਵ ਹੈ
ਕਿ ਇਹ ਜਿੰਨਾ ਮਰਜ਼ੀ ਗੱਲਾਂ ਕਰ ਲੈਣ, ਇਹਨਾਂ ਕੋਲ ਗੱਲਾਂ ਦੇ ਕੜਾ ਆ ਗਏ ਆ। 74 ਸਾਲਾਂ 'ਚ ਇਹਨਾਂ ਗੱਲਾਂ ਦੇ ਕੜਾ ਆ ਗਏ ਆ। ਚਾਹੇ ਮੌਜੂਦਾ MLA ਸਾਹਿਬਾਨ ਹੋਣ, ਚਾਹੇ ਰਵਾਇਤੀ ਪਾਰਟੀ ਦੇ ਕੈਂਡੀਡੇਟ ਹੋਣ। ਜੇ ਉਧਰ ਪਰਸੋਂ ਚੌਥ ਪਿੱਛੇ ਡੰਪ ਦੀ ਗੱਲ ਕਰਕੇ ਗਏ ਆ, ਮਜੀਠੀਆ ਸਾਹਿਬ ਕਰਕੇ ਗਏ ਜਾਂ ਦੂਜੇ ਕਰਕੇ ਗਏ ਆ, ਉਹਨਾਂ ਡੰਪ ਦੇ ਜਨਮਦਾਤਾ ਹੀ ਅਕਾਲੀ ਦਲ ਹੈ, ਉਹਨੂੰ ਉਤਸ਼ਾਹ ਦੇਣ ਵਾਲੀ ਕਾਂਗਰਸ ਹੈ। ਇਸ ਡੰਪ ਕਾਰਨ ਇੰਨਾ ਕੁ ਡੇਂਗੂ ਸਾਊਥ ਹਲਕੇ 'ਚ ਫੈਲਿਆ ਹੈ ਕਿ ਲੋਕੀ ਮਰਨ ਦੇ ਕੰਢੇ 'ਤੇ ਆ ਚੁੱਕੇ ਹੋਏ ਆ। ਲੋਕਾਂ ਦੇ ਹਾਲਾਤ ਮਾੜੇ, ਲੋਕੀ ਫੇਫੜੇ ਕਿੰਨੀਆਂ ਬਿਮਾਰੀਆਂ ਗ੍ਰਸਤ ਹੋ ਚੁੱਕੇ ਕੀ ਆ। ਹਾਲਾਤ ਨੇ ਇਸ ਵਕਤ ਜਿਹੜੇ ਵਾਰਡ ਨੰਬਰ 42 ਦੇ, ਕਿਹੜੇ ਕੰਮ ਹੋ ਚੁੱਕੇ ਨੇ, ਕਿਹੜੇ ਹੋਣ ਵਾਲੇ ਨੇ, ਹਾਲਾਤ ਕੀ ਨੇ? ਇੱਥੇ ਤਾਂ ਵੀਰ ਜੀ ਬਹੁਤ ਹੀ ਬੁਰਾ ਹਾਲ ਆ। ਕੋਈ ਕੰਮ ਵੀ ਅਜੇ ਤੱਕ ਸਿਰੇ ਨਹੀਂ ਚੜਿਆ, ਸਾਰੇ ਕੰਮ ਅਧੂਰੇ ਪਏ ਆ। ਗੰਦਗੀ ਦੇ ਢੇਰ ਥਾਂ ਲੱਗੇ ਪਏ ਆ। ਇੱਧਰ ਵੇਖਣ ਵਾਲੇ ਹੀ ਆ ਤੇ ਵੀ ਅੱਜ ਹਫਤਾ ਹੋ ਗਿਆ ਤੇ ਸਮਾਨ ਨੂੰ ਪਿਆ ਨੂੰ ਇੱਥੇ 5-6 ਦਿਨ ਕੋਈ ਵੀ ਜਾਣੀ ਕਿ ਕੂੜੇ ਵਾਲੀ ਰੇਹੜੀਆਂ ਆਉਂਦੀਆਂ ਵਾ ਪਰ ਫੇਰਾ ਮਾਰ ਕੇ ਚਲ ਜਾਂਦੀਆਂ। ਕੋਈ ਵੀ ਇੱਥੇ ਚੁੱਕ ਕੇ ਨਹੀਂ ਖੜਦਾ। ਕੋਈ ਕਹਿੰਦਾ ਤੇ ਵੀ ਫਲਾਨੀ ਗੱਡੀ ਦਾ ਕੰਮ ਆ, ਕੋਈ ਕਹਿੰਦਾ ਕਿਸੇ ਦਾ ਕੰਮ ਆ, ਕੋਈ ਜ਼ਿੰਮੇਵਾਰੀ ਆਪਣੀ ਨਹੀਂ ਲੈਂਦਾ। ਹਰ ਕੋਈ ਕਹਿੰਦਾ ਤੇ ਵੀ ਤੁਹਾਡੀ ਗਲੀ 'ਚ ਸਫਾਈ ਨਹੀਂ ਹੁੰਦੀ, ਨਾ ਕੋਈ ਇੱਥੇ ਕੋਈ ਸਫਾਈ ਵਾਲਾ ਲਾਇਆ। ਸਾਰੀ ਗਲੀ ਕਈ ਵਾਰੀ ਨੱਕੋ ਨੱਕ ਭਰੀ ਹੁੰਦੀ ਆ ਕੂੜੇ ਨਾਲ, ਗੰਦਗੀ ਨਾਲ। ਡੇਂਗੂ ਨੇ ਇੰਨਾ ਇੱਥੇ ਕਹਿਰ ਵਿਛਾਇਆ ਹੋਇਆ ਜਿਹਦੇ ਕਰਕੇ ਹਰ ਘਰ 'ਚ 1 ਜਾਂ 2 ਮਰੀਜ਼ ਡੇਂਗੂ ਨਾਲ ਬਿਮਾਰੀ ਨਾਲ ਪੀੜਤ ਨੇ। ਬਿਲਕੁਲ ਨਹੀਂ, ਕੌਂਸਲ ਸਾਹਿਬ ਨੇ ਕਦੀ ਇੱਧਰ ਆ ਕੇ ਧਿਆਨ ਨਹੀਂ ਦਿੱਤਾ। ਆਹ ਗਲੀ 'ਚ ਕਿਤੇ ਵੀ ਸਟਰੀਟ ਲਾਈਟ ਨਹੀਂ ਲੱਗੀ। ਕਈ ਵਾਰੀ ਇਹਨਾਂ ਨੂੰ ਬੇਨਤੀਆਂ ਕਰ ਚੁੱਕੇ ਆ। ਆਹ ਵੀਰ ਆਪਣੇ ਕਾਕੂ ਵੀਰ ਵੀ ਇੱਥੇ ਆ ਤੇ ਸਾਰੀ ਰਾਤ ਇਹ ਗਲੀ 'ਚ ਹਨੇਰਾ ਘੁੱਪ ਹੁੰਦਾ, ਇੱਕ ਵੀ ਲਾਈਟ ਨਹੀਂ ਹੈਗੀ ਇੱਥੇ। ਕਿਹੜਾ ਇਲਾਕਾ ਪੈਂਦਾ ਜੀ ਜਿਹੜੇ ਤੁਸੀਂ ਕਹਿੰਦੇ ਹਾਲਾਤ ਨੇ? ਇਹ ਕੋੜਾਦਮਰਾ ਆਬਾਦੀ ਹੈ ਜੀ ਸਾਰੀ। ਇੱਥੇ ਗਲੀ ਵਿੱਚ ਇੱਕ ਵੀ ਲਾਈਟ ਸਟਰੀਟ ਲਾਈਟ ਨਹੀਂ ਲੱਗੀ। ਕਈ ਵਾਰੀ ਉਹਨਾਂ ਨੇ ਮਿੰਨਤਾਂ ਕਰ ਚੁੱਕਿਆ ਕੌਂਸਲਰ ਨੂੰ, ਉਹਦੇ ਕੰਮ ਤੇ ਜ਼ੋਰ ਨਹੀਂ। ਡੇਂਗੂ ਫੈਲਿਆ ਵਾ, ਇਸ ਵੇਲੇ ਪ੍ਰਸ਼ਾਸਨ ਨੂੰ ਸਾਰੀ ਸਾਡੇ ਇੱਥੇ ਸਾਫ਼ ਸਫਾਈ ਵਾਲਾ ਧਿਆਨ ਦੇਣਾ ਚਾਹੀਦਾ ਵਾ। ਸਪਰੇਅ ਕਰਨੇ ਚਾਹੀਦੇ ਆ। ਕੁਝ ਜਿਹੜਾ ਕੂੜਾ ਕਾੜਾ ਜਿਸ ਤਰ੍ਹਾਂ ਪਿਆ ਕੂੜਾ ਸਾਰਾ ਚੁਕਾਉਣਾ ਚਾਹੀਦਾ ਵਾ। ਸਟਰੀਟਾਂ ਦਾ ਕੰਮ ਹੋਣਾ ਚਾਹੀਦਾ, ਪਾਣੀ ਪੂਣੀ ਦਾ ਸਾਰਾ ਅਰੇਂਜਮੈਂਟ ਹੋਣਾ ਚਾਹੀਦਾ। ਬਸ ਇਹੋ ਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇਹ ਕੂੜੇ ਦੇ ਢੇਰ ਚੁਕਾਏ ਜਾਣ ਤੇ ਇੱਥੇ ਸਾਰਾ ਜਿਹੜਾ ਮੱਛਰਾਂ ਦਾ ਸਪਰੇਅ ਕੀਤਾ ਜਾਵੇ ਤੇ ਡੇਂਗੂ ਤੋਂ ਨਿਜਾਤ। ਸਤਿ ਸ਼੍ਰੀ ਅਕਾਲ ਜੀ। ਅਣਖੀ ਪੰਜਾਬ TV ਤੇ ਹੀ ਅੱਜ ਉਹ ਸ਼ਖਸੀਅਤ ਨਾਲ ਗੱਲਬਾਤ ਕਰਾ ਰਹੇ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਸਾਬਕਾ ਸੀਨੀਅਰ ਡਿਪਟੀ ਮੇਅਰ ਵਾਰਡ ਨੰਬਰ 42 ਦੇ ਇੰਚਾਰਜ ਅਜੇ ਵੀਰਪਾਲ ਸਿੰਘ ਜੀ ਰੰਧਾਵਾ। ਪਹਿਲੋਂ ਰੰਧਾਵਾ ਸਾਹਿਬ ਸਾਡੇ ਚੈਨਲ ਤੇ ਤੁਹਾਨੂੰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਵਧਾਈ ਹੈ ਅਣਖੀ TV ਵਾਲਿਆਂ ਨੂੰ। ਜਿਸ ਹਿਸਾਬ ਨਾਲ ਤੁਸੀਂ ਜਸ਼ੀਲੇ ਔਰ ਬੇਤੜਕ ਤੁਸੀਂ ਇੰਟਰਵਿਊ ਲੈਂਦੇ ਨੇ, ਇਸ ਗੱਲ ਦਾ ਮੈਂ ਸਵਾਗਤ ਵੀ ਕਰਦਾ ਜੀ। ਰੰਧਾਵਾ ਸਾਹਿਬ, ਕੀ ਵਾਰਡ ਦੇ ਕੀ ਹਾਲਾਤ ਨੇ ਇਸ ਵਕਤ ਮੌਜੂਦਾ ਜਿਹੜੇ? ਦੇਖੋ, ਇਸ ਵੇਲੇ ਜਿਹੜੇ ਵਾਰਡ ਨੰਬਰ 42 ਦੇ ਹਾਲਾਤ ਬਹੁਤ ਮਾੜੇ ਆ, ਖਾਸ ਕਰਕੇ ਕਿਉਂਕਿ ਇਸ ਵੇਲੇ ਡੇਂਗੂ ਦਾ ਬਹੁਤ ਜ਼ਿਆਦਾ ਕਰੋਪ ਆ। ਘਰ ਘਰ ਵਿੱਚ ਕੋਈ ਨਾ 1-1 2-2 ਮਰੀਜ਼ ਪਏ ਨੇ। ਪਰ ਮੈਂ ਸਮਝਦਾ ਬੁਰੀ ਤਰ੍ਹਾਂ ਕਾਰਪੋਰੇਸ਼ਨ ਜਿੱਥੇ ਫੇਲ ਹੋਈ ਆ, ਉਹਦੇ ਨਾਲ ਹੀ ਹਲਕਾ MLA ਤੇ ਮੌਜੂਦਾ ਕਾਉਂਸਲਰ ਵੀ ਬੁਰੀ ਤਰ੍ਹਾਂ ਫੇਲ ਨੇ। ਕੋਈ ਦਵਾਈ ਦਾ ਛਿੜਕਾਅ ਨਹੀਂ। ਤੁਸੀਂ ਚੈੱਕ ਕਰ ਲਓ ਜੀ, ਕਿੰਨਾ ਗੰਦ ਪਿਆ ਹੋਇਆ ਗਲੀਆਂ ਵਿੱਚ। ਜਿੱਥੇ ਕੋਈ ਗੰਦ ਕੋਈ ਚੁੱਕਣ ਦਾ ਕੋਈ ਸੁਚਾਰੂ ਢੰਗ ਨਹੀਂ ਆ। ਇਹ ਸਾਰਾ ਸੱਦਾ ਦੇ ਰਹੇ ਅਸੀਂ ਡੇਂਗੂ ਨੂੰ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰੋ, ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਵਾਸਤੇ ਸਾਨੂੰ ਆਪਣੀ ਜਿਹੜੀ ਵਾਰਡ ਆ ਉਹ ਸੰਭਾਲੀਏ ਤੇ ਜਿਹੜੇ ਡੇਂਗੂ ਦੇ ਨਾਲ ਘਰ ਘਰ ਮਰੀਜ਼ ਪਏ ਇਹਨਾਂ ਦੀ ਅਕਾਲੀ ਦਲ ਵੱਲੋਂ ਤੁਹਾਡੇ ਵੱਲੋਂ ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਜਿਹੜੇ ਇਸ ਵੇਲੇ ਡੇਂਗੂ ਦੀ ਬਿਮਾਰੀ ਫੈਲੀ ਹੋਈ ਹੈ? ਦੇਖੋ, ਪਿਛਲੀ ਦਿਨੀ ਹਲਕਾ ਇੰਚਾਰਜ ਸਰਦਾਰ ਤਲਬੀਰ ਸਿੰਘ ਗਿੱਲ, ਉਹਨਾਂ ਦੇ ਨਿਰਦੇਸ਼ਾਂ ਵਿੱਚ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਸਾਨੂੰ ਦਵਾਈ ਲੈ ਕੇ ਦਿੱਤੀ, ਮਸ਼ੀਨਾਂ ਦਾ ਪ੍ਰਬੰਧ ਕਰਕੇ ਦਿੱਤਾ ਔਰ ਵਾਰਡ ਵਾਈਜ਼ ਜਿੰਨੇ ਜੋਗੇ ਵੀ ਹੈਗੇ ਅਸੀਂ ਖੁਦ ਆਪਣੀਆਂ ਮਸ਼ੀਨਾਂ ਆਪਣੇ ਬੰਦੇ ਲਾ ਕੇ ਸਪਰੇਅ ਕਰ ਰਹੇ ਹਾਂ। ਛੋਟੀਆਂ ਗਲੀਆਂ ਚਾਹੇ ਵੱਡੀਆਂ ਗਲੀਆਂ, ਜਿਸ ਤੱਕ ਸਾਡੇ ਕੋਲ ਪਹੁੰਚਿਆ ਜਾ ਰਿਹਾ, ਸਾਡਾ ਇੱਕੋ ਹੀ ਮਕਸਦ ਆ ਕਿ ਜੇ ਕਾਰਪੋਰੇਸ਼ਨ ਫੇਲ ਹੋਈ ਹੈ, ਕਮ ਸੇ ਕਮ ਸਾਡਾ ਵੀ ਤਾਂ ਫਰਜ਼ ਬਣਦਾ ਅਸੀਂ ਤਾਂ ਉਹਨਾਂ ਲੋਕਾਂ ਨੂੰ ਸਹੂਲਤਾਂ ਦਈਏ ਜੋ ਅਸੀਂ ਦੇ ਸਕਦੇ ਹਾਂ ਔਰ ਖੁਦ ਦਵਾਈ ਦਾ ਛਿੜਕਾਅ ਕਰਕੇ ਜਾ ਕੇ ਵੇਖ ਲਓ। ਆ ਜਿਹੜਾ ਨਿਊ ਜਸਪਾਲ ਨਗਰ ਦਾ ਏਰੀਆ, ਕੋਟ ਆਤਮਾਰਾਮ ਦਾ ਏਰੀਆ, ਜਿਹੜੀਆਂ ਪਹਿਲਾਂ ਪਿਛਲੀ ਸਾਡੇ ਸਰਕਾਰ ਵੇਲੇ ਗਲੀਆਂ ਸੀਮੈਂਟ ਦੀਆਂ ਬਣੀਆਂ ਸੀ, ਅਸੀਂ ਉਹ ਪੁੱਟ ਕੇ ਦੁਬਾਰਾ ਬਣਾ ਰਹੇ ਹਾਂ। ਕੀ ਦੱਸਣਾ ਚਾਹੁੰਦੇ ਵੀ ਅਸੀਂ ਬਹੁਤ ਵਿਕਾਸ ਕਰਦੇ ਹਾਂ? ਸਾਨੂੰ ਉਹ ਨਹੀਂ ਪੁੱਟਣੀਆਂ ਚਾਹੀਦੀਆਂ। ਸਾਨੂੰ ਸਲੰਬ ਏਰੀਆ ਦੇਖਣਾ ਚਾਹੀਦਾ। ਬੁਰਾ ਹਾਲ ਆ ਸੁਲਤਾਨਵਿੰਡ ਪਿੰਡ ਦਾ, ਬੁਰਾ ਹਾਲ ਆ ਆਪਣਾ ਕੋਟ ਮੇਸਿੰਗ ਦਾ, ਆਊਟਰ ਰੋਡ ਤੇ ਬਹੁਤ ਬੁਰਾ, ਮੂਲੇ ਚੱਕ ਵੱਲ ਬੁਰਾ ਹਾਲ ਆ। ਜਿਹੜੇ ਕਿ ਬੁਨਿਆਦੀ ਸਹੂਲਤਾਂ ਤੋਂ ਇੰਨੇ ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆਂ, ਅਜੇ ਤੱਕ ਲੋਕਾਂ ਨੂੰ ਪੀਣ ਵਾਲਾ ਪਾਣੀ ਤੇ ਉਹ ਸੜਕਾਂ ਨਹੀਂ ਮਿਲਣੀਆਂ। ਅਸੀਂ ਇੰਨੇ ਪੁੱਟ ਕੇ ਨਾ ਬਣਾਈਏ। ਜੇ ਸਾਡੇ ਕੋਲ ਕੋਈ ਪੈਸੇ ਆਪਣੇ ਕੋਲ ਚਾਰ ਹੈਗੇ ਤੇ ਉਹ ਬਾਜ਼ਾਰ ਬਣਾ ਦਈਏ। ਦੂਜੇ ਪਾਸੇ ਪਾਣੀ ਗੰਦਾ ਆ ਰਿਹਾ। ਜਿਹੜੀਆਂ ਅਸੀਂ ਗਲੀਆਂ ਸੀਮੈਂਟ ਦੀਆਂ ਪੁੱਟਾਂਗੇ ਜਦੋਂ ਐਡੀਆਂ ਪੱਕੀਆਂ, ਤੇ ਨੈਚੁਰਲੀ ਗੱਲ ਥੱਲਿਓਂ ਪਾਈਪ ਵੀ ਟੁੱਟਦੇ ਨੇ। ਜਦੋਂ ਆਪਾਂ ਪਾਈਪ ਟੁੱਟਦੇ ਆ, ਮੁੜ ਕੇ ਸਾਡਾ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉੱਥੇ ਗੰਦਾ ਪਾਣੀ ਆਈ ਜਾ ਰਿਹਾ ਵਾ। ਮੁੜ ਕੇ 3-3000 ਰੁਪਈਆ ਅਸੀਂ ਪਾਣੀ ਦੇ ਕਨੈਕਸ਼ਨ ਜੋੜਨ ਨੂੰ ਲੈਂਦੇ ਹਾਂ। 3-3000 ਰੁਪਈਆ ਲੈ ਕੇ ਵੀ ਲੋਕਾਂ ਦੇ ਜਿਹੜੇ ਉਹ ਕਨੈਕਸ਼ਨ ਨਹੀਂ ਜੋੜੇ ਗਏ। ਔਰ ਜੇ ਗੰਦੇ ਪਾਣੀ ਦਾ ਕੋਈ ਧਿਆਨ ਨਹੀਂ, ਖਾਸ ਤੌਰ 'ਤੇ
ਜੇ ਮਹਾਰਾਜ ਨੇ ਕਿਰਪਾ ਕੀਤੀ ਸਾਡੀ ਗਾਂ ਸਰਕਾਰ ਆਈ ਤਾਂ ਅਸੀਂ ਹੋਰ ਟਿਊਬਲ ਜਿਹੜੇ ਇਸ ਵਾਰਡ ਵਿੱਚ ਜ਼ਰੂਰ ਲਾਵਾਂਗੇ। ਵਿਕਾਸ ਨਾ ਹੋਣ ਤੇ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ? ਵੇਖੋ, ਵਿਕਾਸ ਹੋਣ ਦੇ ਨਾਂ ਤੇ ਸਭ ਤੋਂ ਜ਼ਿੰਮੇਦਾਰ ਆ ਹਲਕੇ ਦਾ ਐਮਐਲਏ, ਉਸ ਤੋਂ ਬਾਅਦ ਆਉਂਦਾ ਮੌਜੂਦਾ ਕਾਉਂਸਲਰ। ਸਰਕਾਰ ਜਿੱਥੇ ਬੁਰੀ ਤਰ੍ਹਾਂ ਫੇਲ ਹੋਈ ਆ, ਐਮਐਲਏ ਸਾਹਿਬ ਨੇ ਤਾਂ ਧਿਆਨ ਨਹੀਂ ਦਿੱਤਾ, ਤੇ ਮੈਂ ਖਾਸ ਤੌਰ ਤੇ ਜ਼ਿੰਮੇਵਾਰ ਮੰਨਦਾ 42 ਨੰਬਰ ਦੇ ਕਾਉਂਸਲਰ ਸਾਹਿਬਾਨ ਨੂੰ। ਚਲੋ ਸਾਡਾ ਭਰਾ ਵਾ, ਪਰ ਮੈਂ ਉਹਦੀ ਵੀ ਨਹੀਂ ਗਲਤੀ ਸਮਝਦਾ। ਮੈਂ ਸਮਝਦਾ ਕਿ ਉਹ ਇੰਨਾ ਪੜ੍ਹਿਆ ਲਿਖਿਆ ਨਹੀਂ, ਇਸ ਲਾਇਕ ਹੀ ਨਹੀਂ ਆ ਵੀ ਉਹ ਕਾਉਂਸਲਰੀ ਦੇ ਕੰਮ ਕਰ ਸਕੇ। ਉਹਨੂੰ ਨੌਲੇਜ ਨਹੀਂ ਕਾਰਪੋਰੇਸ਼ਨ ਕਿਵੇਂ ਕੰਮ ਕਰਾਉਣੇ ਆ, ਕਿਵੇਂ ਟੈਂਡਰ ਲਵਾਉਣੇ ਆ, ਕਿਵੇਂ ਪਾਸ ਕਰਾਉਣੇ ਆ। ਇਸ ਕਰਕੇ ਬਹੁਤ ਬੁਰਾ ਹਾਲ ਆ ਜੀ ਵਾਰਡ ਨੰਬਰ 42 ਦਾ। ਬੇਸ਼ੱਕ ਤੁਸੀਂ ਸਰਵੇਖਣ ਕਰ ਲਓ, ਮੇਰੇ 'ਤੇ ਵੀ ਡਿਪੈਂਡ ਨਾ ਰਹੋ। ਕਿੰਨਾ ਕੂੜਾ ਮੈਂ ਨਾਲ ਚੱਲ ਜਾਂਦਾ, ਕੂੜੇ ਦੇ ਢੇਰ ਤੁਹਾਨੂੰ ਵਿਖਾ ਦਿੰਦੇ ਆ, ਪੁੱਟੀਆਂ ਸੜਕਾਂ ਤੁਹਾਨੂੰ ਵਿਖਾ ਦਿੰਦੇ ਆ। ਜੋ ਵੀ ਖਾਸ ਤੌਰ 'ਤੇ ਇਸ ਵੇਲੇ ਹੱਥ ਜੋੜ ਕੇ ਬੇਨਤੀ ਮੈਂ ਕਰਦਾ ਉਹਨੂੰ ਕਾਉਂਸਲਰ ਨੂੰ ਵੀ ਵੀ ਆ ਜਿਹੜੇ ਹੈਗਾ ਬੁਰਾ ਹਾਲ ਆ ਤੋਂ ਡੇਂਗੂ ਤੋਂ, ਇਹਨਾਂ ਨੂੰ ਲੋਕਾਂ ਨੂੰ ਬਚਾ ਲਓ। ਕਮ ਸੇ ਕਮ ਉਹ ਮਸ਼ੀਨਾਂ ਮੰਗਾ ਕੇ ਆਪਾਂ ਸਪਰੇਅ ਤੇ ਕਰਾ ਲਈਏ, ਉਹ 'ਚ ਕਿਹੜਾ ਸਾਡਾ ਕੋਈ ਪੈਸਾ ਲੱਗਦਾ। ਸਾਡਾ ਫੋਨ ਹੀ ਚੱਲਣਾ ਨਾ ਵੀ ਆਓ ਤੇ ਸਪਰੇਅ ਕਰ ਦਿਓ ਤੇ ਲੋਕ ਬਚ ਸਕਣਗੇ। ਮੈਂ ਲੋਕਾਂ ਨੂੰ ਅਪੀਲ ਕਰਦਾ, ਵੇਖੋ ਤੁਸੀਂ ਪਿਛਲੀ ਵਾਰੀ ਝੂਠੇ ਲਾਰੇ ਲਾ ਕੇ ਕੈਪਟਨ ਸਾਹਿਬ ਦੇ ਉੱਤੇ ਸਰਕਾਰ ਕਾਂਗਰਸ ਦੀ ਬਣਾ ਦਿੱਤੀ। ਤੁਸੀਂ ਕਾਂਗਰਸ ਦੀ ਸਰਕਾਰ ਹੀ ਨਹੀਂ ਬਣਾਈ, ਆਪਣੇ ਭਵਿੱਖ ਦੇ 5 ਸਾਲ ਜਿਹੜੇ ਆ ਉਹ ਕਾਲੇ ਹੋ ਗਏ ਸਾਡੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰੀ ਜਿਹੜੀਆਂ ਵੋਟਾਂ ਵਾ ਉਸ ਇਨਸਾਨ ਨੂੰ ਪਾਇਓ ਜਿਹੜਾ ਦਿਨ ਰਾਤ ਤੁਹਾਡੇ ਨਾਲ ਮਿਹਨਤ ਕਰ ਰਿਹਾ। ਸਭ ਤੋਂ ਮਾੜਾ ਟਾਈਮ ਆਇਆ ਜੀ ਇਹਦਾ ਕਰੋਨਾ ਦਾ। ਕਰੋਨਾ ਵਿੱਚ ਇੱਕੋ ਸ਼ਖਸ ਨੇ ਕੰਮ ਕੀਤਾ, ਤਲਬੀਰ ਸਿੰਘ ਗਿੱਲ ਨੇ। ਮੇਰੀ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਵੋਟ ਪਾ ਕੇ ਤੱਕੜੀ ਚੋਣ ਨਿਸ਼ਾਨ ਤੇ ਵੋਟ ਪਾਇਓ ਤੇ ਤਲਬੀਰ ਸਿੰਘ ਗਿੱਲ ਨੂੰ ਹਲਕੇ ਦਾ ਐਮਐਲਏ ਬਣਾਇਓ, ਕਿਉਂਕਿ ਐਮਐਲਏ ਜਿਹੜਾ ਹੁੰਦਾ ਇੱਕ ਵਕੀਲ ਹੁੰਦਾ ਤੁਹਾਡਾ। ਉਹ ਹਲਕੇ ਦਾ ਇਹੋ ਜਿਹਾ ਵਕੀਲ ਆਪਾਂ ਵਿਧਾਨ ਸਭਾ ਚੁਣ ਕੇ ਭੇਜਣਾ ਜਿਹੜਾ ਕਿ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਹੋਵੇ ਤੇ ਡਿਵੈਲਪਮੈਂਟ ਦੇ ਵੱਧ ਤੋਂ ਵੱਧ ਜਿਹੜੇ ਉਹ ਪ੍ਰੋਜੈਕਟ ਇਸ ਵਾਰਡ ਵਿੱਚ ਲਿਆ ਸਕੇ ਜਾਂ ਇਸ ਹਲਕੇ ਵਿੱਚ ਲਿਆ ਸਕੇ। ਸਭ ਤੋਂ ਮੇਨ ਮੁੱਦਾ ਜੀ ਜਿਹੜਾ ਡੈਂਪ ਦਾ ਇੱਥੇ ਹਲਕਾ ਦੱਖਣੀ ਦੇ ਵਿੱਚ ਜਿਹੜਾ ਮੌਜੂਦਾ ਵਿਧਾਇਕ ਨੇ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਆਉਣ ਤੇ ਜਿਹੜਾ ਉਹ ਡੈਂਪ ਚੁਕਾਇਆ ਜਾਊ, ਪਰ ਉਹ ਜਿਉਂਦਾ ਤਿਉਂ ਹੀ ਉਹ ਕੀ ਕਹਿਣਾ ਚਾਹੁੰਦੇ? ਵੇਖੋ, ਉਸ ਡੈਂਪ ਤੇ ਬਹੁਤ ਵੱਡੀ ਸਿਆਸਤ ਕੀਤੀ ਸੀ ਹਲਕਾ ਜਿਹੜੇ ਵਿਧਾਇਕ ਸਰਦਾਰ ਇੰਦਰਵੀਰ ਸਿੰਘ ਬੁਲਾਰੀਏ ਨੇ ਕਿ ਇਹ ਡੈਂਪ ਚੁੱਕੂਗਾ ਤੇ ਮੈਂ ਅਗਲੀ ਇਲੈਕਸ਼ਨ ਲੜੂੰਗਾ। ਨਹੀਂ, ਇਹ ਵੀ ਲੋਕਾਂ ਵਿੱਚ ਖਲੋ ਕੇ ਕਿਹਾ ਸੀ, ਪਰ ਉਸ ਡੈਂਪ ਦਾ ਉਹੀ ਬੁਰਾ ਹਾਲ ਆ। ਜੇ ਧੂਆਂ ਉੱਥੇ ਆ ਜਾਂਦਾ ਤੇ ਮੈਂ ਕਹਿੰਦਾ ਉਸ ਹਲਕੇ ਦੇ ਵਿੱਚ ਮੈਂ ਸੀਨੀਅਰ ਡਿਪਟੀ ਮੇਅਰ ਵੀ ਰਿਹਾ, ਮੈਨੂੰ ਵੀ ਪਤਾ ਵੀ ਜੇ ਉਸ ਇਲਾਕੇ ਧੂਆਂ ਜਦੋਂ ਆ ਜਾਂਦਾ ਨਾ ਤੇ ਜਿਹੜੇ ਪ੍ਰਾਹੁਣੇ ਆ ਉਹ ਵੀ ਰਾਤ ਉੱਥੇ ਨਹੀਂ ਕੱਟਦੇ। ਮੇਰਾ ਵੀਰ ਹੁਣ ਤੇ ਸਿਆਸਤ ਛੱਡ ਦਿਓ, ਸਰਕਾਰ ਪੌਣੇ 5 ਸਾਲ ਲੰਘ ਗਈ ਹੈ, ਹੁਣ ਨਹੀਂ ਚੁੱਕਿਆ ਗਿਆ। ਹੁਣ ਇਹਨਾਂ ਕੋਲ ਡੈਂਪ ਕਿੱਥੇ ਚੁੱਕਿਆ ਜਾਊਗਾ? ਹੁਣ ਤੇ ਡੈਂਪ ਸਰਦਾਰ ਤਲਬੀਰ ਸਿੰਘ ਗਿੱਲ ਆ ਕੇ ਚੁਕਾਊਗਾ ਜਾਂ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਰੈਲੀ ਵਿੱਚ ਆਏ ਸੀ। ਅਸੀਂ ਉਹਨਾਂ ਨੂੰ ਆਪਣਾ ਇੱਕ ਵਫਦ ਮਿਲੇ ਵੀ, ਸਾਰੇ ਜਿੰਨੇ ਵੀ ਮੇਨ ਆਦਮੀ ਸੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਇਸ ਡੈਂਪ ਦਾ ਮੈਂ ਕੁਛ ਨਾ ਕੁਛ ਜ਼ਰੂਰ ਕਰਾਂਗੇ। ਰੰਧਾਵਾ ਸਾਹਿਬ, ਜਿਹੜੀ 2022 ਦੀ ਇਲੈਕਸ਼ਨ ਆ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜੀ ਜਾਏਗੀ? ਹੁਣ ਵੇਖਿਆ ਜਾਵੇ ਹਲਕਾ ਦੱਖਣੀ ਦੇ ਵਿਧਾਇਕ ਸਰਦਾਰ ਇੰਦਰਬੀਰ ਸਿੰਘ ਜੀ ਬੁਲਾਰੀਆ ਸਾਹਿਬ ਨੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਐਲਾਨੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਤਲਬੀਰ ਸਿੰਘ ਜੀ ਗਿੱਲ, ਇੱਕ ਬੰਨੇ ਹਲਕਾ ਦੱਖਣੀ ਦੇ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ, ਜਿਹੜੇ ਚੋਣ ਮੈਦਾਨ ਦੇ ਵਿੱਚ ਮੰਨ ਲਓ ਤਿੰਨੇ ਕੈਂਡੀਡੇਟ ਜੇ ਉਤਰਨਗੇ, ਕਿੱਦਾਂ ਵੇਖ ਰਹੇ ਜੇ ਜਿਹੜੇ 2022 ਤੇ ਮੁੱਦਿਆਂ ਦੇ ਕਿੱਦਾਂ ਤੁਸੀਂ ਆਪਣੀ ਇਲੈਕਸ਼ਨ ਮੇਨ? ਵੇਖੋ ਜੀ, ਜੇ ਤੇ ਮੈਂ ਆਮ ਪਾਰਟੀ ਦੇ ਡਾਕਟਰ ਨਿੱਜਰ ਸਾਹਿਬ ਦੀ ਗੱਲ ਕਰਾਂ, ਹਾਰ ਜਿੱਤ ਹੁੰਦੀਆਂ ਰਹਿੰਦੀਆਂ, ਕੋਈ ਸਾਰੇ ਜਿੱਤਦੇ ਨਹੀਂ, ਜਿੱਤਣਾ ਤੇ ਇੱਕ ਇਨਸਾਨ ਨਹੀਂ ਹੁੰਦਾ। ਬੇਸ਼ੱਕ ਤੁਸੀਂ ਹਾਰ ਗਏ, ਤੁਹਾਨੂੰ ਲੋਕਾਂ ਨੇ ਬੜਾ ਪਿਆਰ ਕੀਤਾ ਸੀ, ਬੜੀਆਂ ਤੁਹਾਨੂੰ ਵੋਟਾਂ ਪਾਈਆਂ ਸੀ, ਪਰ ਤੁਸੀਂ 4.5 ਸਾਲ ਉਹਨਾਂ ਲੋਕਾਂ ਦੀ ਸਾਰ ਹੀ ਨਹੀਂ ਲਈ। ਕਿਸੇ ਦੁੱਖ ਸੁੱਖ ਵਿੱਚ ਤੁਸੀਂ ਉਹਨਾਂ ਦੇ ਸ਼ਰੀਕ ਨਹੀਂ ਹੋਏ, ਕਦੀ ਉਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ। ਹੁਣ ਵੋਟਾਂ ਆ ਗਈਆਂ ਤੇ ਉਹ ਪ੍ਰਵਾਸੀ ਪੰਛੀਆਂ ਨੂੰ ਆ ਕੇ ਤੁਸੀਂ ਲੋਕਾਂ ਦੇ ਹੱਥ ਪੈਰ ਜੋੜਨ ਲੱਗ ਪਏ। ਦੂਸਰੇ ਪਾਸੇ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ ਨੇ, ਉਹ ਵੀ 4.5 ਸਾਲ ਆਪਣੀ ਆਸ਼ ਪ੍ਰਸਤੀ ਦੇ ਵਿੱਚ ਆਰਾਮ ਨਾਲ ਆਪਣੀ ਇਹਨਾਂ ਜ਼ਿੰਦਗੀ ਜੀਤੀ ਆ। ਲੋਕਾਂ ਦੇ ਨਾਲ ਕੋਈ ਇਹਨਾਂ ਦਾ ਐਡਾ ਰਾਬਤਾ ਨਹੀਂ ਰਿਹਾ। ਉਹਨਾਂ ਦੇ ਮਨ ਵਿੱਚ ਇੱਕੋ ਗੱਲ ਆ ਵੀ ਮੇਰੇ ਕੋਲ ਪੈਸੇ ਬੜੇ ਆ ਤੇ ਮੈਂ ਪੈਸੇ ਸਿਰ ਤੇ ਇਲੈਕਸ਼ਨ ਲੜ ਲੂੰਗਾ। ਤੀਸਰੇ ਬੰਨੇ ਆ ਕੇ ਸਰਦਾਰ ਤਲਬੀਰ ਸਿੰਘ ਗਿੱਲ, 3 ਸਾਲ ਹੋਏ ਜੀ ਉਸ ਵੀਰ ਨੂੰ ਆਇਆ ਨੂੰ। ਘਰ ਘਰ 'ਚ ਰਾਬਤਾ, ਚਾਹੇ ਦੁੱਖ ਆ ਸੁੱਖ ਆ, ਕਿਸੇ ਦੀ ਮਰਗ ਆ, ਕਿਸੇ ਦੀ ਸ਼ਾਦੀ ਆ, ਉੱਥੇ ਪਹੁੰਚਦੇ ਆ ਔਰ ਵਾਰਡ ਵਾਈਜ਼ ਉਹ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਦੇ ਨੇ ਔਰ ਉਹਨਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਮੈਂ ਹਰ ਬੰਦੇ ਤੱਕ ਪਰਸਨਲੀ ਮਿਲਾਂ ਔਰ ਉਹ ਆਪਣੇ ਜਿਹੜਾ ਕੋਈ ਉਹਨਾਂ ਨੂੰ ਕੰਮ ਕਹਿੰਦੇ ਇਹੋ ਜਿਹਾ ਜਨੂਨ ਉਹ ਬਣਾਉਂਦੇ ਆ। ਜਦ ਤੱਕ ਉਹਨਾਂ ਕੰਮ ਕਰਕੇ ਉਹ ਵੀਰ ਨੂੰ ਫੋਨ ਕਰਦੇ ਆ ਵੀ ਤੇਰਾ ਕੰਮ ਹੋ ਗਿਆ। ਇਸ ਕਰਕੇ ਵੀਰੋ, ਲੋਕੀ ਜਿਹੜੇ ਉਹ ਪੜ੍ਹੇ ਲਿਖੇ ਨੇ, ਬੜੇ ਸੁਲਝੇ ਹੋਏ ਨੇ। ਐਰਕੀ ਇਹ ਕੰਧ 'ਤੇ ਲਿਖਿਆ ਜਿਹੜਾ ਇਹ ਪੜ੍ਹ ਲੈਣ ਵੀ ਤਲਬੀਰ ਸਿੰਘ ਗਿੱਲ ਹੀ ਹਲਕਾ ਜਿਹੜਾ ਉਹ ਇਸੋਂ ਵਿਧਾਇਕ ਜ਼ਰੂਰ ਬਣਨਗੇ। ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ, ਜਿਹੜੇ ਵਾਰਡ ਨੰਬਰ 42 ਦੀ ਜਨਤਾ ਨੂੰ ਤੁਸੀਂ ਆਪਣੇ ਵੱਲੋਂ? ਮੈਂ ਤੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਵੀ ਵੇਖੋ ਵੀਰੋ, ਪਿਛਲੇ ਤੁਸੀਂ 10 ਸਾਲ ਵੇਖ ਲਓ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਦੀਆਂ ਡਿਵੈਲਪਮੈਂਟਾਂ ਹੋਈਆਂ, ਚਾਹੇ ਲੋਕ ਵਾਲੇ ਬਾਜ਼ਾਰ ਨੇ, ਚਾਹੇ ਸੀਵਰੇਜ ਦੇ ਨੇ, ਆ ਗਲੀਆਂ ਪੱਕੀਆਂ ਨੇ, ਉਸ ਵੇਲੇ ਦੀ ਡਿਵੈਲਪਮੈਂਟ ਹੋਈ ਆ। ਤੁਸੀਂ ਆਪ ਆਪਣੇ ਕਾਗਜ਼ ਪੈਨ ਲੈ ਕੇ ਇੱਕ ਹਿਸਾਬ ਕਰ ਲਓ ਵੀ ਪਿਛਲੇ 10 ਸਾਲ ਕੰਮ ਕੀ ਹੋਇਆ ਤੇ ਐਸ 5 ਸਾਲ ਜਿਹੜਾ ਸਰਕਾਰਾਂ ਨੇ ਕੀ ਕੀਤਾ। ਐਸ 5 ਸਾਲ ਸਿਰਫ ਤੇ ਸਿਰਫ ਝੂਠੇ ਲਾਰੇ ਲਾਏ ਆ,
ਝੂਠ ਬੋਲਿਆ ਗਿਆ। ਪਰ ਐਰਕੀ ਵੀਰੋ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਇੱਕ ਵੋਟ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀ ਆ ਅਤੇ ਫਿਰ ਤੋਂ ਜਿਹੜਾ ਸਾਡੇ ਹਲਕੇ ਦਾ ਵਿਕਾਸ ਰੁਕਿਆ ਉਹ ਵਿਕਾਸ ਨੂੰ ਉਸੇ ਲੀਆਂ ਤੇ ਫਿਰ ਤੋਰਿਆ ਜਾਵੇ। ਇਹ ਜੀ ਸਾਡੇ ਨਾਲ ਸੀਨੀਅਰ ਡਿਪਟੀ ਮੇਅਰ ਜਿਹੜੇ ਆਪਣੇ ਅਜੇ ਵੀਰ ਸਿੰਘ ਜੀ ਰੰਧਾਵਾ ਜਿਹੜੇ ਵਾਰਡ ਨੰਬਰ 42 ਦੇ ਇੰਚਾਰਜ ਨੇ। ਇਸ ਤਰ੍ਹਾਂ ਹੀ ਲੋਕ ਮੁੱਦਿਆਂ ਤੇ ਫਿਰ ਗੱਲਬਾਤ ਕਰਦੇ ਰਵਾਂਗੇ। ਅਣਖੀ ਪੰਜਾਬ ਟੀਵੀ ਦੀ ਸਾਡੇ ਨਾਲ ਜੁੜੇ ਨੇ ਹਲਕਾ ਦੱਖਣੀ ਤੋਂ ਵਾਰਡ ਨੰਬਰ 42 ਤੋਂ ਹੀ ਕੌਂਸਲਰ ਮੋਹਨ ਸਿੰਘ ਮਾੜੀ ਮੇਗਾ ਜੀ ਨਾਲ ਉਹ ਗੱਲਬਾਤ ਕਰਾਉਂਦੇ ਆ। ਹਾਂਜੀ ਸਰ, ਲੋਕ ਮੁੱਦੇ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ। ਕਿਹੜੇ ਕੰਮ ਕਰਾ ਚੁੱਕੇ ਜੇ, ਕਿਹੜੇ ਕੰਮ ਹੋਣ ਵਾਲੇ ਨੇ? ਅੱਛਾ ਜੀ, ਪਹਿਲਾਂ ਤਾਂ ਮੈਂ ਨਾ ਆਪਣੀ ਪ੍ਰੈਸ ਦਾ ਜੀ ਆਇਆਂ ਕਹਿਣਾ ਗਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਕੰਮ ਦੀ ਜਿਹੜੀ ਗੱਲ ਕਰਨ ਲੱਗਾ ਮੈਂ ਪਹਿਲਾਂ ਸ਼ੁਰੂਆਤ ਕਰਨੀ ਆ ਹਲਕਾ ਵਿਧਾਇਕ ਸਰਦਾਰ ਇੰਦਰਬੀਰ ਬੁਲਾਰੀਆ ਜੀ, ਜੋ ਮੇਰੇ ਛੋਟੇ ਬ੍ਰਦਰ ਆ, ਜਿਹੜੇ ਕੰਮ ਦੀ ਮੈਨੂੰ ਉਹਨਾਂ ਨੇ ਕਿਤੇ ਵੀ ਨਹੀਂ ਮੁਸ਼ਕਲ ਆਉਣ ਦਿੱਤੀ। ਜਿਹੜਾ ਕੰਮ ਕਿਹਾ ਹੈਗਾ ਉਸੇ ਵੇਲੇ ਉਹਨਾਂ ਨੇ ਕੰਮ ਕੀਤਾ ਹੈਗਾ। ਜਿਹੜੇ ਲੋਕਾਂ ਦੀ ਗੱਲ ਤੁਸੀਂ ਕਰਦੇ ਜੇ, ਉਹ ਜਿਹੜੇ ਵੀ ਲੋਕ ਆ ਕੇ ਸਾਨੂੰ ਕੰਮ ਕਹਿਣਗੇ ਅਸੀਂ ਇੱਕ ਹੀ ਕੰਮ ਸਾਰੇ ਕਹਿੰਦੇ ਹੁੰਦੇ ਆ ਵੀ ਅਸੀਂ ਕੰਮ ਕਰਦੇ, ਪਰ ਅਸੀਂ ਵਿਖਾਵਾਂਗੇ ਕੰਮ ਕੀਤੇ 100% ਕੰਮ ਕਰਕੇ ਵਿਖਾਵਾਂਗੇ। ਕਿਹੜੇ ਕੰਮ ਹੋ ਚੁੱਕੇ ਨੇ? ਕੰਮ ਵਾਟਰ ਸਪਲਾਈ ਦਾ ਜਿੱਥੇ 20 ਸਾਲਾਂ ਤੋਂ ਖਰਾਬ ਪਿਆ ਹੈਗਾ ਸੀ ਉਹ ਪ੍ਰਬੰਧ ਕਰਾਇਆ। ਸੀਵਰ ਦਾ ਪ੍ਰਬੰਧ, ਹੌਦੀਆਂ ਦਾ ਪ੍ਰਬੰਧ ਬੜਾ ਮਾੜਾ ਹੈ ਜੀ। ਵਾਰਡ ਦੇ ਵਿੱਚ ਗੰਦੇ ਪਾਣੀ ਦੀ ਬੜੀ ਸਮੱਸਿਆ ਆਉਂਦੀ। ਪਹਿਲਾਂ ਅਸੀਂ ਸੱਦ ਕੇ ਅਫਸਰਾਂ ਨੂੰ ਪੁੱਛ ਕੇ ਸਾਰਾ ਉਹ ਜਿਹੜੇ ਨਾਲ ਗੰਦੇ ਪਾਣੀ ਦੀ ਸਮੱਸਿਆ ਸੀ ਹੌਦੀਆਂ ਦੀ ਸੀ ਅਤੇ ਸੀਵਰ ਬਲੋਕ ਹੋ ਜਾਂਦੀ, ਪਹਿਲਾਂ ਸਭ ਤੋਂ ਉਹ ਕੀਤੀ। ਹੁਣ ਵਾਰਡ ਦੇ ਵਿੱਚ ਮੇਰੇ ਟਰਸਟ ਤੋਂ ਕੰਮ ਚੱਲਣ ਡਿਆ ਹੈਗੇ। ਗਲੀਆਂ ਬਣ ਰਹੀਆਂ, ਕੁਝ ਬਣ ਗਈਆਂ, ਕੁਝ ਬਣ ਰਹੀਆਂ। ਆਉਣ ਵਾਲੇ ਸਮੇਂ 'ਚ ਹੋਰ ਕਿਹੜੇ ਕੰਮ ਜਿਹੜੇ ਲੋਕ ਕੋਈ ਵੀ ਜਿਹੜੀ ਮੇਰੇ ਵਾਰਡ ਪਰਿਵਾਰ ਆ, ਜੋ ਵੀ ਆਪਣੇ ਭਰਾ ਆ ਕੇ ਕਹਿਣਗੇ, ਅਸੀਂ ਵਾਰਡ ਨੂੰ ਪਰਿਵਾਰ ਦੀ ਤਰ੍ਹਾਂ ਰੱਖਿਆ ਹੈਗਾ। ਮੇਰਾ ਬ੍ਰਦਰ ਆ ਬਲਜੀਤ ਸਿੰਘ, ਇੱਕ ਬ੍ਰਦਰ ਨਾਲ ਡਾਕਟਰ ਆ ਸਰਬਜੀਤ ਸਿੰਘ, 24 ਘੰਟੇ ਹੀ ਤਤਪਰ ਰਹਿੰਦੇ ਆ। ਕੋਈ ਵੀ ਕੰਮ ਆਵੇ ਕਿਸੇ ਨੂੰ ਨਾ ਨਹੀਂ ਹੈ। ਡੇਂਗੂ ਦਾ ਜਿਹੜਾ ਕਰੋਪ ਚੱਲ ਰਿਹਾ ਇਹਦੇ ਵਿੱਚ ਮੱਛਰਾਂ ਦੀ ਬੜੀ ਭਰਮਾਰ ਆ, ਕੋਈ ਇਹੋ ਜਿਹਾ ਵੀ ਧੂਏ ਵਾਲੀ ਗੱਡੀਆਂ ਜੋ ਵੀ ਚੱਲ ਰਹੀਆਂ? ਅਸੀਂ ਹਫਤੇ ਦੇ ਵਿੱਚ 3 ਦਿਨਾਂ, ਕਈ ਵਾਰ ਸਕੂਟਰ ਵਾਲੀ ਵੀ ਨਾਲ ਆ ਜਾਂਦੀ ਹੈ ਤੇ ਦੂਜੀ ਵੀ ਨਾਲ ਆ ਜਾਂਦੀ। 2 ਵਾਰਾਂ ਹਫਤੇ ਦੇ ਵਿੱਚ 2-3 ਵਾਰਾਂ ਅਸੀਂ ਆਪ ਜਾ ਕੇ ਨਾਲ, ਜਾਂ ਬਲਜੀਤ ਜਾਂਦਾ ਜਾਂ ਡਾਕਟਰ ਜਾਂਦਾ ਜਾਂ ਖੁਦ ਮੈਂ ਤੇ ਮੇਰਾ ਪੀਏ ਆਪ ਜਾਂਦੇ ਨੇ। ਕੌਂਸਲਰ ਸਾਹਿਬ, ਜਿਹੜੀ 2022 ਦੀ ਇਲੈਕਸ਼ਨ ਆ ਰਹੀ ਹੈ ਜੀ, ਇਹ 3 ਕੈਂਡੀਡੇਟ ਖਲੋਤੇ ਨੇ। ਅਕਾਲੀ ਦਲ ਨੇ ਉਮੀਦਵਾਰ ਆਪਣਾ ਐਲਾਨ ਕਰਤਾ ਜੀ। ਇੱਕ ਬੰਨੇ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਜੀ ਬੁਲਾਰੀਆ ਸਾਹਿਬ ਆ, ਆਮ ਪਾਰਟੀ ਦੇ ਡਾਕਟਰ ਨਿੱਜਰ ਜੀ ਆ। 2022 ਦੀ ਇਲੈਕਸ਼ਨ ਨੂੰ ਕਿੱਦਾਂ ਵੇਖ ਰਹੇ ਜੀ? ਕਿਹੜੇ ਮੁੱਦੇ ਤੇ ਤੁਸੀਂ ਮੇਨ ਵੇਖੋਗੇ ਜੀ? ਮੁੱਦਿਆਂ ਤੇ ਕੀ ਵੇਖਣਾ ਹੈਗਾ, ਸਰਦਾਰ ਇੰਦਰਬੀਰ ਸਿੰਘ ਬੁਲਾਰੀਆ ਜਾਂਦੇ ਜਿਹੜਾ ਵੀ ਕੰਮ ਉਹਨਾਂ ਨੇ ਇਲਾਕੇ 'ਚ ਪ੍ਰੋਜੈਕਟ ਲਿਆਂਦੇ ਆ, ਉਹ ਤੁਸੀਂ ਹੁਣ ਅੱਖੀਂ ਵੇਖਣਾ। ਨੰਗੇ ਹੋ ਗਏ ਸਾਰੇ ਪ੍ਰੋਜੈਕਟ, ਕੰਮ ਚੱਲਣ ਡੇ ਆ। ਕੋਈ ਇਹੋ ਜਿਹਾ ਕੰਮ ਨਹੀਂ ਰਹਿਣ ਦੇਣਾ। ਉਹ ਤੇ ਨੌਜਵਾਨਾਂ ਵਾਸਤੇ ਖਾਸ ਕਰਕੇ ਹੁਣ ਇੱਕ ਉਹਨਾਂ ਨੇ ਉਹ ਵੇਖੋ ਬੱਚਿਆਂ ਵਾਸਤੇ ਸਕੀਮ ਵੀ ਉਗਾਈ ਆ, ਉਹ ਦੇਣ ਡੇ ਹੈਗੇ ਆ ਪ੍ਰਾਈਵੇਟ। ਪਰ ਇੱਥੇ ਵਿਰੋਧੀ ਧਿਰ ਜੋ ਮਰਜ਼ੀ ਤੁਹਾਨੂੰ ਪਤਾ ਕਹਿੰਦੇ ਹੁੰਦੇ ਆ, ਪਰ ਅਸੀਂ ਮਹਾਰਾਜ ਦੀ ਕਿਰਪਾ ਚਾਹੀਦੀ ਆ, ਗੁਰੂ ਰਾਮਦਾਸ ਦੀ ਨੀਤ ਨਾਲ ਕੰਮ ਕਰਨ ਡਿਆ। ਤਾਂ ਮਾਲਕ ਆਪੇ ਇਹ ਅਪੀਲ ਕਰਨੇ ਚਾਹੁੰਦੇ ਆ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ, ਸਰਦਾਰ ਕਰਮਜੀਤ ਸਿੰਘ ਰਿੰਟੂ ਮੇਅਰ ਨਗਰ ਨਿਗਮ, ਮੇਅਰ ਸਾਹਿਬ, ਕਮਿਸ਼ਨਰ ਸਾਹਿਬ, ਆਪਣੇ ਵੀਰ ਦਮਨ ਬਣੇ ਆ ਟਰਸਟ ਦੇ ਚੇਅਰਮੈਨ। ਸਾਨੂੰ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈਗਾ ਵੀ ਤੁਸੀਂ ਕੰਮ ਦੱਸੋ ਆ ਕੇ, ਕੰਮ ਨਹੀਂ ਕੋਈ ਵੀ ਤੁਹਾਡਾ ਰੁਕੇਗਾ ਤਾਂ ਨਾ ਰੁਕਿਆ ਹੀ। ਅਜੇ ਤੱਕ ਜਿੰਨੇ ਵੀ ਕੰਮ ਕੀਤੇ ਸਾਡਾ ਕੋਈ ਕੰਮ ਨਹੀਂ ਰੁਕਿਆ। ਅਤੇ ਅਸੀਂ ਲੋਕਾਂ ਨੂੰ ਵੀ ਅਪੀਲ ਇਹੋ ਕਰਦੇ ਹਾਂ ਕਿ ਵੀ ਅਜੇ ਵੀ ਕਿਸੇ ਨੂੰ ਕੋਈ ਹੁੰਦਾ ਕੋਈ ਗੱਲਬਾਤ ਦਾ ਟਾਈਮ ਤੋਂ ਕਈ ਵਾਰ ਵਾਧਾ ਘਾਟਾ ਹੋ ਜਾਂਦਾ, ਮੇਰਾ ਪੀਏ ਵੀ ਬੈਠਾ, ਮੇਰਾ ਨੰਬਰ ਹੈਗਾ 98 152 25 137। ਜਦੋਂ ਵੀ ਕੋਈ ਵੀਰ ਆਪਣਾ ਫੋਨ ਕਰਕੇ ਸੰਪਰਕ ਕਰਕੇ ਕੰਮ ਦੱਸੇ, ਜਿਹੜਾ ਉਹ ਸਭ ਕੰਮ ਹੋਣਗੇ। ਇਹ ਜੀ ਕੌਂਸਲਰ ਵਾਰਡ ਨੰਬਰ 42 ਤੋਂ ਮੋਹਨ ਸਿੰਘ ਮਾੜੀ ਮੇਗਾ ਜੀ। ਇਸ ਤਰ੍ਹਾਂ ਹੀ ਅਗਲੀ ਮੁਲਾਕਾਤ ਫੇਰ ਕਰਾਵਾਂਗੇ। ਧੰਨਵਾਦ।